बड़ी खबर इस समय है कि हरियाणा ने दिल्ली तो मदद मंगी है। कुंडली हादसे ਨੂੰ ਲੈ ਕੇ ਵੱਡੀ ਖਬਰ ਹੈ। ਹਰਿਆਣਾ ਨੇ ਦਿੱਲੀ ਤੋਂ ਸਹਾਇਤਾ ਦੀ ਮੰਗ ਕੀਤੀ ਹੈ ਕਿ ਅੱਗ ਬੁਝਾਉਣ ਦੇ ਲਈ ਦਿੱਲੀ ਦੇ ਜੋ ਫਾਇਰ ਬ੍ਰਿਗੇਡ ਦੇ ਡਿਪਾਰਟਮੈਂਟ ਹੈ ਉਹ ਮਦਦ ਕਰਨ। ਕੈਮੀਕਲ ਦੀ ਫੈਕਟਰੀ ਦੇ ਵਿੱਚ ਅੱਗ ਲੱਗੀ ਹੋਈ ਹੈ ਤੇ ਅੱਗ ਨੂੰ ਬੁਝਾਉਣ ਦੀਆਂ ਇਸ ਸਮੇਂ ਕੋਸ਼ਿਸ਼ਾਂ ਜਾਰੀ ਨੇ। ਉਹ ਕੁੰਡਲੀ ਬਾਰਡਰ ਦੇ ਉੱਤੇ ਅੱਗ ਲੱਗਣ ਦੀ ਪੂਰੀ ਘਟਨਾ ਵਾਪਰੀ ਔਰ ਫੈਕਟਰੀ ਦੇ ਵਿੱਚ ਮਜ਼ਦੂਰ ਹੋ ਸਕਦੇ ਨੇ। ਇਹ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਹੈ। ਇਸ ਸਮੇਂ ਵੱਡੀ ਖਬਰ ਹੈ ਕਿਉਂਕਿ ਅੱਗ ਲੱਗੀ, ਅੱਗ ਦੀ ਵਜ੍ਹਾ ਦੇ ਨਾਲ ਮਾਲੀ ਨੁਕਸਾਨ ਹੋਇਆ ਉਹ ਇੱਕ ਅਲੱਗ ਮੁੱਦਾ ਹੁੰਦਾ ਹੈ, ਪਰ ਜੇਕਰ ਕੋਈ ਅੰਦਰ ਫਸਿਆ ਹੋਇਆ ਹੈ ਤੇ ਉਸ ਦੀ ਵਜ੍ਹਾ ਦੇ ਨਾਲ ਬਹੁਤ ਵੱਡਾ ਇਹ ਮਾਮਲਾ ਬਣ ਜਾਂਦਾ ਹੈ ਤਾਂ ਅੰਦਰ ਮਜ਼ਦੂਰ ਹੋ ਸਕਦੇ ਨੇ ਫੈਕਟਰੀ ਦੇ ਵਿੱਚ। ਇਹ ਪ੍ਰਸ਼ਾਸਨ ਇਸ ਸਮੇਂ ਕਹਿ ਰਿਹਾ ਹੈ ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਦਿੱਲੀ ਤੋਂ ਮਦਦ ਮੰਗੀ ਗਈ ਹੈ। ਬਿਲਕੁਲ ਸੋਨੀਪਤ ਦਿੱਲੀ ਦੇ ਨਾਲ ਲੱਗਦਾ ਇਲਾਕਾ ਹੈ, ਜ਼ਿਲ੍ਹਾ ਹੈ ਹਰਿਆਣਾ ਦਾ, ਇਸ ਕਰਕੇ ਦਿੱਲੀ ਜ਼ਿਆਦਾ ਦੂਰ ਨਹੀਂ ਹੈ। ਉੱਥੋਂ ਮਦਦ ਦੀ ਮੰਗ ਕੀਤੀ ਗਈ। ਆਮ ਤੌਰ ਤੇ ਜਦੋਂ ਇਸ ਤਰੀਕੇ ਦੀ ਕੋਈ ਘਟਨਾ ਵਾਪਰਦੀ ਹੈ ਔਰ ਬਹੁਤ ਜ਼ਿਆਦਾ ਕੰਟਰੋਲ ਤੋਂ ਬਾਹਰ ਹੋ ਜਾਵੇ ਅੱਗ ਤਾਂ ਆਮ ਤੌਰ ਤੇ ਮੈਂ ਮਦਦ ਮੰਗ ਲਈ ਜਾਂਦੀ ਹੈ, ਪਰ ਜੇਕਰ ਮਦਦ ਮੰਗੀ ਜਾ ਰਹੀ ਹੈ ਤਾਂ ਇਸ ਦਾ ਸਿੱਧਾ ਜਿਹਾ ਮਤਲਬ ਇੱਕ ਤਾਂ ਇਹ ਹੈ ਕਿ ਬਹੁਤ ਜ਼ਬਰਦਸਤ ਅੱਗ ਹੈ ਔਰ ਜਿਹੜੀਆਂ ਸਥਾਨਕ ਉੱਥੇ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਾਂ ਟੀਮਾਂ ਨੇ ਉਹ ਅੱਗ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਸਮਰੱਥ ਫਿਲਹਾਲ ਨਹੀਂ ਨੇ। ਇਸ ਕਰਕੇ ਗੁਆਂਢੀ ਜ਼ਿਲ੍ਹੇ ਹੁੰਦੇ ਨੇ ਜਾਂ ਫਿਰ ਸ਼ਹਿਰ ਹੁੰਦੇ ਨੇ, ਦਿੱਲੀ ਹੈ ਬਿਲਕੁਲ ਸੋਨੀਪਤ ਦੇ ਨੇੜੇ, ਤਾਂ ਉੱਥੋਂ ਵੀ ਮਦਦ ਮੰਗੀ ਜਾ ਰਹੀ ਹੈ। ਕੁਝ ਹੋਰ ਤਸਵੀਰਾਂ ਵੀ ਸਾਡੇ ਤੱਕ ਪਹੁੰਚੀਆਂ ਨੇ, ਉਹ ਵੀ ਤੁਹਾਨੂੰ ਦਿਖਾ ਰਹੇ ਹਾਂ। ਔਰ ਕੈਮੀਕਲ ਦੀ ਫੈਕਟਰੀ ਹੈ, ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਸ਼ਾਇਦ ਡਰਾਮਾਂ ਦੇ ਵਿੱਚ ਕੋਈ ਕੈਮੀਕਲ ਭਰ ਕੇ ਰੱਖੇ ਹੋਣਗੇ ਜਾਂ ਕੋਈ ਵੱਡਾ ਉੱਥੇ ਟੈਂਕ ਹੋਏਗਾ ਜਿਸ ਦੇ ਵਿੱਚ ਇੱਕ ਤੋਂ ਬਾਅਦ ਇੱਕ ਕਈ ਬਲਾਸਟ ਹੋਏ ਨੇ। ਬਲਾਸਟ ਹੋਣ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਕਾਫੀ ਦੂਰ ਤੋਂ ਕਿਸੇ ਸ਼ਖਸ ਦੇ ਵੱਲੋਂ ਇਹ ਵੀਡੀਓ ਨੂੰ ਬਣਾਇਆ ਗਿਆ ਹੈ ਔਰ ਨੇੜੇ ਨਹੀਂ ਜਾ ਰਹੇ। ਔਰ ਜਿਹੜੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਅੱਗ ਬੁਝਾਉਣ ਦੇ ਵਿੱਚ ਇਸ ਸਮੇਂ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਔਰ ਜਿਸ ਤਰੀਕੇ ਨਾਲ ਇੱਕ ਤੋਂ ਬਾਅਦ ਇੱਕ ਕਈ ਬਲਾਸਟ ਹੋਏ ਨੇ, ਇਸ ਕਰਕੇ ਵੀ ਅੱਗ ਦੇ ਉੱਤੇ ਕਾਬੂ ਪਾਉਣਾ ਬਹੁਤ ਮੁਸ਼ਕਿਲ ਹੋ ਰੱਖਿਆ ਹੈ। ਔਰ ਜੇ ਤਸਵੀਰਾਂ ਨੂੰ ਗੌਰ ਦੇ ਨਾਲ ਦੇਖੋ ਤਾਂ ਕੁਝ ਸਮਾਂ ਪਹਿਲਾਂ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ, ਕਰੀਬ 7-7:30 ਦੀਆਂ ਤਸਵੀਰਾਂ, ਕਿਉਂਕਿ ਹਲਕਾ ਜਿਹੜਾ ਚਾਨਣਾ ਵੀ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ। ਅੱਗ ਦੇ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ। ਇਸ ਵਿਚਾਲੇ ਸਾਡੇ ਸਹਿਯੋਗੀ ਵੀ ਸਾਡੇ ਨਾਲ ਨੇ फोन लाइन ਦੇ ਉੱਤੇ लगातार। नितिन अंतिल, नितिन जानना चाहेंगे क्योंकि दिल्ली से भी मदद मांगी गई है, कितनी बड़ी आग नजर आ रही है और कितनी बड़ी फैक्ट्री है, कितने बड़े एरिया में है ये फैक्ट्री, और क्या क्योंकि ब्लास्ट की तस्वीरें आ रही हैं, क्या ऐसे ब्लास्ट बार बार हो रहे हैं? नितिन मेरी आवाज आ रही है? चलो लग रहा है कि नितिन तक आवाज नहीं पहुंचती। मैं कोशिश करूंगा दोबारा गलबात करने दी। ते इस विचाले दिल्ली तो साडे सहयोगी शंकर आनंद भी साडे नाल जुड़ रहे ने। शंकर, जानना चाहेंगे आपके पास क्या कुछ जानकारी है? ये जो सोनीपत में बड़ी आग लगी हुई है और जानकारी मिल रही है कि दिल्ली से भी सहायता मांगी गई है। देखिए, जो इलाका है, जो फैक्ट्री है जिसमें आग लगी है, ये कुंडली बॉर्डर का है, जो दिल्ली के बॉर्डर से ठीक सटा हुआ इलाका है। और उस फैक्ट्री में अचानक जब आग लगी है, आग की लिपटें देखते ही देखते आसमान को छूने लगी। लिहाजा इस मामले की गंभीरता को देखते हुए जो कुंडली बॉर्डर के पास जो सोनीपत पुलिस के अंतर्गत में जो प्रशासन है बकायदा, उसके द्वारा दिल्ली सरकार से बकायदा मदद मांगी गई और कहा गया कि वो पास में है तो लिहाजा वहां से मदद उन्हें दिया जाए। और अगर बात करें तो दिल्ली वाला जो बॉर्डर एरिया है, जो कुंडली बॉर्डर से सटा हुआ, ठीक पास में ही वहां पे दमकल विभाग का दफ्तर भी है जो दिल्ली के अंतर्गत आता है। तो वहां से मदद मांगी गई है जिससे कि उस आग पर जल्द से जल्द काबू पाया जाए। लिहाजा इस मामले की गंभीरता को देखते हुए दिल्ली सरकार के द्वारा उस दमकल विभाग की उन तमाम गाड़ियों को भेजा गया और उस आग पर काबू पाने का प्रयास किया जा रहा है। अभी इस वक्त में जो दिल्ली फायर ब्रिगेड के जो अधिकारी हैं और कर्मचारी हैं वो मौके पे पहुंचे हुए हैं और उस आग पर जल्द से जल्द काबू पाने का प्रयास किया जा रहा है। लेकिन उस आग पर काबू पाना थोड़ी सी मशक्कत ज्यादा करनी पड़ी है, क्योंकि वो केमिकल जो है, केमिकल की फैक्ट्री थी और आग के जो गोले हैं किस तरह से आसमान ऊपर उठ रहे हैं उसको देखा जा सकता है। और इस वक्त में उस आग पर पूर्ण तौर पर काबू पाने के लिए लगातार प्रयास किया जा रहा है। और कहा जा रहा है कि इस हालांकि आग लगने की वजह क्या रही है वो अभी तक नहीं बताया गया है, लेकिन आग पर जल्द से जल्द काबू पाने का प्रयास जरूर किया जा रहा है। और इस वक्त में दिल्ली दमकल विभाग के जो अधिकारी हैं वो मौके पे पहुंचे हुए हैं और ज्यादा से ज्यादा दमकल की गाड़ियों को वहां पर भेजने का प्रयास किया जा रहा है। एक तरह से कहा जा सकता है उस आग पर काबू पाना एक बहुत बड़ी चुनौती है। उस चुनौती को स्वीकार करते हुए दिल्ली पुलिस के दमकल विभाग के अधिकारी लगातार प्रयास कर रहे हैं कि जितना जल्द से जल्द उस आग पर काबू पाया जा सके। और जिस तरह से वहां पर अगर केमिकल की बात कर रहे हैं और आग लगने की वजह की बात कर रहे हैं, तो इस मामले में दमकल विभाग के अधिकारियों को कहना है कि अभी आग लगने की वजह हमें पता नहीं है, लेकिन जब आग पर पूर्ण तौर पर काबू पा लिया जाएगा उसके बाद जो वजह है आग लगने की वजह उसको इन्वेस्टिगेशन किया जाएगा और उसके बाद ही कुछ कहा जा सकता है। जी
ਠੀਕ ਹੈ, ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਸ਼ੰਕਰਨ ਦਿੱਲੀ ਤੋਂ ਪੂਰੀ ਜਾਣਕਾਰੀ ਦੇ ਰਹੇ ਨੇ ਕਿ ਉੱਥੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸੋਨੀਪਤ ਨੂੰ ਰਵਾਨਾ ਕੀਤੀਆਂ ਗਈਆਂ ਨੇ ਤਾਂ ਕਿ ਇਸ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕੇ। ਮੈਂ ਦੁਬਾਰਾ ਰੁਕ ਕਰਦਾ ਹਾਂ, ਸੋਨੀਪਤ ਤੋਂ ਸਾਡੇ सहयोगी नितिन अंतल भी साढ़े नाल ने। नितिन, मेरी आवाज आ रही है आप तक? जी बिल्कुल गौरव, जी गौरव। नितिन, जानना चाहूंगा क्योंकि जो तस्वीरें अब हमारे पास बिल्कुल लेटेस्ट तस्वीरें पहुंची हैं उसमें एक के बाद एक ब्लास्ट होता हुआ नजर आ रहा है, तो क्या यहाँ पर कोई ड्रम्स में भरकर केमिकल रखा गया था? कौन सा केमिकल है, क्या इसके बारे में कोई जानकारी मिली हो? जी बिल्कुल, मैं आपको बता दूं गौरव, जो केमिकल है वो ये बताया जा रहा है केमिकल की ये फैक्ट्री थी और जो केमिकल उसमें ब्लास्ट होना कोई बड़ी बात नहीं, लेकिन जो केमिकल ब्लास्ट के लिए दूर रखा गया था। लेकिन जो शॉर्ट सर्किट हो या और कोई वजह हो, जो फैक्ट्री मालिक और थाना प्रभारी उनका ये कहना है कि जो आदेश पहले ही दे दिए गए थे, गर्मी को देखते हुए इस केमिकल को दूर रखा जाए, लेकिन कहीं ना कहीं लापरवाही जरूर बरती गई है और इस केमिकल में फैक्ट्री में जो केमिकल था उसमें कहीं ना कहीं ब्लास्ट हुआ है और अभी आग है। हालांकि जो फैक्ट्री मालिक है थाना प्रभारी का ये कहना है कि मजदूर अंदर है, इसका अंदेशा तो नहीं जता जा रहा है कि कोई फैक्ट्री मालिक फैक्ट्री के अंदर था, लेकिन कहीं ना कहीं जिस तरह से ब्लास्ट हो रहे हैं बार, वो उनका एक कारण ये है कि केमिकल इस फैक्ट्री में था और केमिकल वो था कि इस फैक्ट्री को नहीं, क्योंकि उनके देश में हजारों फैक्ट्रियां हैं और आसपास की फैक्ट्री को चपेट में ले सकता है। तो कहीं ना कहीं इसको लेकर वो जो फैक्ट्री मालिक है, आसपास की फायर ब्रिगेड गाड़ियां हैं 4 से 15 वो आसपास की फैक्ट्रियों में तैनात कर दी गई हैं। दिल्ली, पानीपत, संभाल का, रोहतक से फायर ब्रिगेड गाड़ियां मंगा दी गई हैं, क्योंकि जो ब्लास्ट है वो लगातार केमिकल के सेंटरों में हो रहा है और एक बहुत विकराल रूप ले सकता है। जिस फैक्ट्री में आग लगी वो तो कंकाल हो चुकी है, लेकिन आसपास की फैक्ट्रियों में ना लगे इसके लिए फायर ब्रिगेड के कर्मचारी जो प्रयास कर रहे हैं। जी गौरव, चलो शुक्रिया, बहुत बहुत धन्यवाद। नजर तुसी बनाई रखो, अपडेट ਅਸੀਂ ਅੱਗੇ ਵੀ ਲੈਂਦੇ ਰਹਾਂਗੇ। ਕੁੰਡਲੀ ਬਾਰਡਰ ਦੇ ਉੱਤੇ ਫੈਕਟਰੀ ਨੂੰ ਭਿਆਨਕ ਅੱਗ ਲੱਗੀ ਹੈ ਔਰ ਇੰਨੀ ਜ਼ਬਰਦਸਤ ਅੱਗ ਹੈ ਕਿ ਦਿੱਲੀ ਦੇ ਫਾਇਰ ਬ੍ਰਿਗੇਡ ਤੋਂ, ਦਿੱਲੀ ਪ੍ਰਸ਼ਾਸਨ ਤੋਂ ਵੀ ਮਦਦ ਸੋਨੀਪਤ ਪ੍ਰਸ਼ਾਸਨ ਨੂੰ ਮੰਗਣੀ ਪਈ ਹੈ। और ये भी इस समय जानकारी है जो प्रशासन कह रहे कि हो सकता है कि कुछ मजदूर भी अंदर होने पर, जिन्नी जबरदस्त और भयानक अग है, मजदूरां दी स्थिति अंदर की होएगी सोच के भी डर लग रहा है, पर इस सब दे विचाले उम्मीद जरूर की जा सकती है क्योंकि चमत्कार तो कदे भी हो सकता है। किसी भी वो कहा जाता है कि जाको राखे साइयां मार सके ना कोई, तो फिर जिसनों रब ने रखना तो उत्थे अग किहो जी भी होवे बचना पॉसीबल। पर जिस तरीके दी तस्वीरां ने वो भयानक ने और अग दी लपटां दस्सण दे लई काफी ने कि कितनी जबरदस्त उत्थे अग लगी हुई है। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਾਂਗੇ। ਰਾਘਵ ਚੱਡਾ ਨੂੰ ਲੀਗਲ ਨੋਟਿਸ ਜਾਰੀ ਕੀਤਾ ਗਿਆ ਹੈ, ਲੀਗਲ ਨੋਟਿਸ ਭੇਜਿਆ ਗਿਆ ਹੈ ਤੇ ਇਹ ਨੋਟਿਸ ਭੇਜਿਆ ਬੀਜੇਪੀ ਦੇ ਆਗੂ ਅਸ਼ੋਕ ਸਰੀਨ ਨੇ। ਇਲਜ਼ਾਮ ਨੇ ਬੀਜੇਪੀ ਨੂੰ ਗੁੰਡਿਆਂ ਦੀ ਪਾਰਟੀ ਕਹਿਣ ਦੇ। ਇੱਕ ਬਿਆਨ ਦਿੱਤਾ ਗਿਆ ਸੀ ਰਾਘਵ ਚੱਡਾ ਦੇ ਵੱਲੋਂ ਤੇ ਉਸ ਤੋਂ ਬਾਅਦ ਇਹ ਲੀਗਲ ਨੋਟਿਸ ਭੇਜਿਆ ਗਿਆ ਬੀਜੇਪੀ ਆਗੂ ਅਸ਼ੋਕ ਸਰੀਨ ਦੇ ਵੱਲੋਂ ਤੇ ਕਿਹਾ ਗਿਆ ਕਿ 3 ਦਿਨਾਂ ਦੇ ਅੰਦਰ ਬੀਜੇਪੀ ਤੋਂ ਮਾਫੀ ਮੰਗਣ ਰਾਘਵ ਚੱਡਾ। ਜੇਕਰ ਉਹ ਮਾਫੀ ਨਹੀਂ ਮੰਗਦੇ ਨੇ ਤਾਂ ਫਿਰ ਉਹਨਾਂ ਦੇ ਉੱਤੇ ਉਹ ਕਾਨੂੰਨੀ ਕਾਰਵਾਈ ਕਰਨਗੇ। ਤਾਂ ਰਾਘਵ ਚੱਡਾ ਦੇ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਇੱਕ ਦਿਨ ਪਹਿਲਾਂ ਹੀ ਉਸ ਨੂੰ ਲੈ ਕੇ ਬੀਜੇਪੀ ਦੇ ਆਗੂ, ਪੰਜਾਬ ਬੀਜੇਪੀ ਦੇ ਆਗੂ ਅਸ਼ੋਕ ਸਰੀਨ ਨੋਟਿਸ ਭੇਜਿਆ ਉਹਨਾਂ ਨੇ ਰਾਘਵ ਚੱਡਾ। ਰਾਜ ਸਭਾ सांसद और पंजाब ਦੇ ਸਹਿ ਪ੍ਰਭਾਰੀ ਰਾਘਵ ਚੱਡਾ ਜੀ ਨੂੰ ਇੱਕ ਲੀਗਲ ਨੋਟਿਸ ਭੇਜਿਆ ਜੇ ਕਿ ਉਹ 3 ਦਿਨ ਦੇ ਅੰਦਰ ਭਾਰਤੀ ਜਨਤਾ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਦੇ ਖਿਲਾਫ ਜਿਹੜੀ ਉਹਨਾਂ ਨੇ ਕੱਲ ਆਪਣੀ ਪ੍ਰੈਸ ਕਾਨਫਰੰਸ ਕਰਕੇ ਅਬੱਦਰ ਟਿੱਪਣੀ ਕੀਤੀ ਹੈ, ਬੇਵਜ੍ਹਾ ਬੇਹੁਦਾ ਔਰ ਗੈਰ ਸੰਵਿਧਾਨਿਕ ਆਰੋਪ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਤੇ ਭਾਰਤੀ ਜਨਤਾ ਪਾਰਟੀ ਤੇ ਲਾਏ ਹੈ, ਉਸ ਦੇ ਖਿਲਾਫ ਇਹਨਾਂ ਨੂੰ ਅੱਜ ਲੀਗਲ ਨੋਟਿਸ ਭੇਜਿਆ ਕਿ 3 ਦਿਨਾਂ ਦੇ ਵਿੱਚ ਰਾਘਵ ਚੱਡਾ ਜੀ ਮਾਫੀ ਮੰਗਣ ਨਹੀਂ ਤੇ ਉਹਨਾਂ ਦੇ ਖਿਲਾਫ ਜਲੰਧਰ ਕੋਰਟ ਦੇ ਵਿੱਚ ਕ੍ਰਿਮੀਨਲ ਕੇਸ ਮੈਂ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਹੋਣ ਦੇ ਨਾਤੇ ਦਰਜ ਕਰਾਵਾਂਗਾ। ਤਾਂ ਹੁਣ ਤੁਹਾਨੂੰ ਉਹ ਰਾਘਵ ਚੱਡਾ ਦਾ ਬਿਆਨ ਵੀ ਸੁਣਵਾਉਂਦੇ ਆ ਜਿਸ ਦੇ ਵਿੱਚ ਉਹਨਾਂ ਨੇ ਬੀਜੇਪੀ ਆਗੂ ਦੇ ਵੱਲੋਂ ਰਾਘਵ ਚੱਡਾ ਨੂੰ ਲੀਗਲ ਨੋਟਿਸ ਭੇਜਿਆ ਗਿਆ ਜਿਸ ਦੇ ਵਿੱਚ ਇਤਰਾਜ਼, ਜਿਸ ਬਿਆਨ ਦੇ ਉੱਤੇ ਇਤਰਾਜ਼ ਜਤਾਇਆ ਗਿਆ। भाजपा कभी भी आपके लिए अच्छे स्कूल नहीं बनाएगी, अच्छे कॉलेज नहीं बनाएगी। इसलिए नहीं बनाएगी क्योंकि अनपढ़ गुंडों की फौज भाजपा को चाहिए। अगर लोग पढ़ लिख गए तो अनपढ़ गुंडे भाजपा को कहां से मिलेंगे? ये जाहिलपना करने के लोग कहां से मिलेंगे?
भारतीय जनता पार्टी कभी आपके लिए रोजगार की अपॉर्चुनिटीज भी पैदा नहीं करेगी। अगर रोजगार की अपॉर्चुनिटीज बीजेपी ने पैदा कर दी तो ढेर सारे बेरोजगार लफंगे गुंडे भाजपा की फौज में कैसे शामिल होंगे, भाजपा के वायलेंट एजेंडों को कैसे अंजाम देंगे। तो ना भाजपा कभी आपके स्कूल बनाएगी, ना कॉलेज बनाएगी, और ना ही आपको कभी रोजगार देगी। उसका मकसद एक अनपढ़ जाहिल लोगों की फौज बनाने का है। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਦਿੱਲੀ ਸਰਕਾਰ ਦੇ ਉੱਤੇ ਬੀਜੇਪੀ ਹਮਲਾਵਰ ਹੈ ਭ੍ਰਿਸ਼ਟਾਚਾਰ ਦੇ ਮੁੱਦੇ ਉੱਤੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਭ੍ਰਿਸ਼ਟਾਚਾਰ ਦੇ ਦਾਅਵੇ ਖੋਖਲੇ ਨੇ। ਜੋ ਬੀਜੇਪੀ ਕਰ ਰਹੀ ਹੈ ਕਿ ਭ੍ਰਿਸ਼ਟਾਚਾਰ ਖਤਮ ਕਰਨ ਦੇ ਦਾਅਵੇ। ਸੰਬਿਤ ਪਾਤਰਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਹੈਲਪਲਾਈਨ ਦੇ ਉੱਤੇ ਜੋ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਉਸ ਦੇ ਉੱਤੇ ਸ਼ਿਕਾਇਤਾਂ ਆ ਰਹੀਆਂ ਨੇ, ਪਰ ਉਹਨਾਂ ਸ਼ਿਕਾਇਤਾਂ ਦੀ ਅਣਦੇਖੀ ਹੋ ਰਹੀ ਹੈ। ਦਿੱਲੀ ਦੇ ਵਿੱਚ ਕਈ ਵਾਰ ਹੈਲਪਲਾਈਨ ਨੰਬਰ ਜਾਰੀ ਹੋਏ ਨੇ। ਭ੍ਰਿਸ਼ਟਾਚਾਰ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਹੈਲਪਲਾਈਨ ਖੋਖਲੀ ਸਾਬਤ ਹੋ ਰਹੀ ਹੈ ਤੇ ਇਹ ਵੀ ਬੀਜੇਪੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਕਿਸੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ। ਇੱਕ ਅੰਕੜਾ ਵੀ ਬੀਜੇਪੀ ਦੇ ਆਗੂਆਂ ਦੇ ਵੱਲੋਂ ਦੱਸਿਆ ਗਿਆ ਤੇ ਕਿਹਾ ਗਿਆ ਕਿ 282 ਕਾਲਸ ਆਈਆਂ, 7 ਸ਼ਿਕਾਇਤਾਂ ਦਰਜ ਹੋਈਆਂ, ਪਰ ਕੋਈ ਗ੍ਰਿਫਤਾਰੀ ਨਹੀਂ ਹੋਈ। ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਅਜਿਹੀ ਖੋਖਲੀ ਹੈਲਪਲਾਈਨ ਜਾਰੀ ਕੀਤੀ ਹੈ। हेल्पलाइन था, इसमें मैक्सिमम 451 शिकायतें आई, 11 मामले दर्ज हुए, 7 से 11 मामले। एसीबी जो एंटी करप्शन ब्यूरो था उनका मानना था कि 11 मामले दर्ज हुए, पुलिस ने कहा 7 मामले दर्ज हुए। बाद में आपको पता है ये जो हेल्पलाइन था 1031 जिसके ऊपर इतना फैनफेयर हुआ था कि पता नहीं दिल्ली का चेहरा बदल जाएगा, करप्शन आम आदमी के जीवन से समाप्त हो जाएगा, ये बंद हो गया। ये कोविड हेल्पलाइन में परिवर्तित कर दिया गया और अभी भी ये बंद है। आज पंजाब के चीफ मिनिस्टर इसी प्रकार के एक हेल्पलाइन को लेकर वो कहीं ना कहीं पंजाब बदल जाएगा इस प्रकार की राजनीति भी कर रहे हैं। और आपको जान के आश्चर्य होगा कि उस समय के जो एसीबी अधिकारी थे, ये ऑन रिकॉर्ड है, ये पब्लिक में है, कि उस समय के जो एसीबी अधिकारी थे उन्होंने कहा कि ये जितने भी 1031 पे कॉल आए थे उनका कोई रिकॉर्ड नहीं है, नो रिकॉर्ड कीपिंग कुड बी डन। व्हाई? क्योंकि ये सब दिल्ली सरकार ने उस समय निजी स्वयं सेवकों को रखा था, निजी।